अस्सलाम वालेकुम वरहमतुल्लाहि वबरकातुहू। अज 16 जनवरी 2023 ਦੀ एक खूबसूरत शाम फ्रैंकफर्ट ਦੇ ਵਿੱਚ ਇਸ ਟਾਈਮ ਅੰਧੇਰਾ ਵੱਧਦਾ ਜਾ ਰਿਹਾ ਹੈ ਤੇ ਲਾਈਟਾਂ ਜਿਹੜੀਆਂ ਨੇ ਉਹ ਰੋਸ਼ਨ ਹੁੰਦੀਆਂ ਜਾ ਰਹੀਆਂ ਨੇ। ਜਦੋਂ ਇੱਥੇ ਹਨੇਰਾ ਵੱਧਦਾ ਹੈ ਤੇ ਜਿਹੜੀਆਂ ਲਾਈਟਾਂ ਨੇ ਉਹਨਾਂ ਦੀ ਚਮਕ ਦੇ ਨਾਲ ਲੋਕ ਟੁਰ ਫਿਰ ਸਕਦੇ ਨੇ। ਲੇਕਿਨ ਬਦਕਿਸਮਤੀ ਇੱਕ ਮੁਲਕ ਦੀ ਐਸੀ ਹੈ ਕਿ ਜਿੱਥੇ ਐਸਾ ਹਨੇਰਾ ਪੈ ਗਿਆ ਕਿ ਉੱਥੇ ਨਾ ਹੁਣ ਇਹੋ ਜਿਹੀਆਂ ਬੱਤੀਆਂ ਨੇ ਜਿਹਦੇ ਨਾਲ ਲੋਕ ਤੁਰ ਫਿਰ ਸਕਣ ਤੇ ਨਾ ਉਹਨਾਂ ਨੂੰ ਕੋਈ ਰਾਹ ਵਿਖਾਉਣ ਵਾਲਾ ਇਨਸਾਨ ਹੈ ਜਿਹੜਾ ਉਹਨਾਂ ਨੂੰ ਸਿੱਧੇ ਰਾਹ ਲਾ ਸਕੇ। ਮੈਂ ਚਲਦਿਆਂ ਇੱਕ ਗੱਲ ਮੇਰੇ ਜ਼ਿਹਨ 'ਚ ਆਈ ਕਿ ਇੱਥੇ ਯੂਰਪ ਦੇ ਵਿੱਚ ਲੋਕੀ ਆਪਣੇ ਕੰਮਾਂ 'ਚ ਇੰਨੇ ਮਸਰੂਫ ਹੁੰਦੇ ਨੇ ਕਿ ਤੁਸੀਂ ਅਕਸਰ ਉਹ ਬੇਸ਼ਤਰ ਇਹੋ ਜਿਹੀਆਂ ਖਬਰਾਂ ਸੁਣਦੇ ਹੋਵੋਗੇ ਕਿ ਇੱਕ ਬਿਲਡਿੰਗ ਦੇ ਵਿੱਚ ਇੱਕੋ ਫਲੋਰ 'ਤੇ ਰਹਿਣ ਵਾਲੇ ਲੋਕ ਕਿੰਨੇ ਮਹੀਨੇ ਇੱਕ ਦੂਜੇ ਦੀ ਸ਼ਕਲ ਨਹੀਂ ਦੇਖਦੇ। ਤੇ ਈਵਨ ਇੱਥੋਂ ਤੱਕ ਵੀ ਹੋ ਜਾਂਦਾ ਹੈ ਕਿ ਬਾਜ਼ ਔਕਾਤ ਪੁਲਿਸ ਆ ਕੇ ਕੋਈ ਦਰਵਾਜ਼ਾ ਤੋੜਦੀ ਹੈ ਤੇ ਅੰਦਰੋਂ ਪਤਾ ਲੱਗਦਾ ਜੀ ਤੁਹਾਡਾ ਕੋਈ ਹਮਸਾਇਆ ਜਾਂ ਦੂਸਰੇ ਪਾਸੇ ਦਾ ਕੋਈ ਬੰਦਾ ਪਿਛਲੇ ਇੰਨੇ ਹਫ਼ਤਿਆਂ ਤੋਂ ਅੱਲਾ ਨੂੰ ਪਿਆਰਾ ਹੋ ਗਿਆ ਸੀ ਤੇ ਉਹਦੀ ਜਿਹੜੀ ਬਦਬੂ ਹੈ ਉਹ ਫੈਲੀ। ਤੇ ਫਿਰ ਕਿਉਂ ਕਿ ਲੋਕਾਂ ਦੀਆਂ ਦੂਰੀਆਂ ਜਿਹੜੀਆਂ ਨੇ ਆਪਸ ਦੇ ਵਿੱਚ ਉਹ ਬਹੁਤ ਜ਼ਿਆਦਾ ਨੇ। ਹਰ ਬੰਦਾ ਆਪਣੇ ਕੰਮਾਂ ਤੇ ਮਸਰੂਫ ਹੈ, ਕਿਸੇ ਨੂੰ ਦੂਜੇ ਨਾਲ ਕੋਈ ਕੰਸਰਨ ਨਹੀਂ ਕਿ ਕੀ ਕਰ ਰਿਹਾ ਹੈ ਕੀ ਹੋ ਰਿਹਾ ਹੈ। ਤੇ ਇਸ ਵਾਸਤੇ ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਵਸਦਿਆਂ ਹੋਇਆਂ ਕਦੇ ਇੰਜ ਦੇ ਪ੍ਰੋਗਰਾਮ ਬਣਾਉਣੇ ਚਾਹੀਦੇ ਨੇ ਕਿ ਜਿਹੜੇ ਆਪਣੇ ਤੁਹਾਡੇ ਕੋਈ ਤਲਕ ਵਾਸਤੇ ਵਾਲੇ ਲੋਕ ਨੇ, ਕੋਈ ਕਰੀਬੀ ਅਜ਼ੀਜ਼ ਰਿਸ਼ਤੇਦਾਰ ਨੇ, ਉਹਨਾਂ ਦੇ ਨਾਲ ਕਿਧਰੇ ਬੈਠੋ ਘਰਾਂ ਦੇ ਵਿੱਚ ਤੇ ਤੁਹਾਨੂੰ ਮੌਕਾ ਮਿਲ ਜਾਂਦਾ। ਲੇਕਿਨ ਇਹ ਹੈ ਕਿ ਕਿਧਰੇ ਬਾਹਰ ਬੈਠੋ, ਖਾਓ ਪੀਓ, ਗੱਪਸ਼ਪ ਲਾਓ, ਹਾਲਾਤ ਹਾਜ਼ਰਾ ਤੇ ਗੱਲ ਕਰੋ, ਕੋਈ ਹੋਰ ਤੁਹਾਡੇ ਕੋਲ ਨਵਾਂ ਤਜਰਬਾ ਨਵੀਂ ਕੋਈ ਖਬਰ ਹੈ ਉਹਦੇ ਉੱਤੇ ਡਿਸਕਸ਼ਨ ਕਰੋ। ਤੇ ਅੱਜ ਇਸ ਸਿਲਸਿਲੇ 'ਚ ਅਸੀਂ ਅੱਜ ਪ੍ਰੋਗਰਾਮ ਬਣਾਇਆ। ਮੈਂ ਆਪਣੇ 2 ਕਜ਼ਨਾਂ ਨੂੰ ਬਲਕਿ 3 ਕਜ਼ਨਾਂ ਨੂੰ ਫੋਨ ਕੀਤਾ। ਮੈਂ ਆਖਿਆ ਚਲੋ ਅੱਜ ਬਹਿਨੇ ਹਾਂ ਕਿਧਰੇ ਬਹਿ ਕੇ ਗੱਪਸ਼ਪ ਲਾਉਂਦੇ ਹਾਂ। ਬਹਰਹਾਲ ਇਸ ਅੰਧੇਰੇ ਦੇ ਵਿੱਚ ਤੁਹਾਨੂੰ ਕੋਈ ਸ਼ੈ ਨਜ਼ਰ ਨਹੀਂ ਆ ਰਹੀ ਹੋਏਗੀ। ਇਹ ਤੇ ਅੰਧੇਰਾ ਹੋਵੇ ਜਿਹਦਾ ਸਵੇਰਾ ਫਿਰ ਹੋਣਾ ਸਵੇਰੇ। ਲੇਕਿਨ ਸਾਡਾ ਇੱਕ ਮੁਲਕ ਐਸਾ ਹੈ ਜਿੱਥੇ ਐਸਾ ਅੰਧੇਰਾ ਪੈ ਚੁੱਕਿਆ ਕਿ ਜਿੱਥੇ ਸਵੇਰ ਦੀ ਕੋਈ ਉਮੀਦ ਨਹੀਂ ਹੈ। ਸਾਡੇ ਇੱਕ ਲੀਡਰ ਇਮਰਾਨ ਖਾਨ ਸਾਹਿਬ ਅੱਜ ਕੱਲ੍ਹ ਮੁਲਕ ਦੇ ਵਿੱਚ ਬੜੇ ਪਾਪੂਲਰ ਨੇ, ਬਹੁਤ ਜ਼ਿਆਦਾ ਉਹਨਾਂ ਦੇ ਫਾਲੋਵਰਸ ਨੇ, ਬਹੁਤ ਜ਼ਿਆਦਾ ਉਹਨਾਂ ਦੇ ਵੋਟਰ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੀ ਉਹ ਵੋਟਿੰਗ ਮਸ਼ੀਨ ਤਕਰੀਬਨ ਸਾਰੀ ਉਹਨਾਂ ਦੀ ਇਸ ਟਾਈਮ ਪਾਕਿਸਤਾਨ ਦੇ ਵਿੱਚ। ਲੇਕਿਨ ਬਦਕਿਸਮਤੀ ਵੇਖੋ ਕਿ ਉਹ ਜਿਹੜੇ ਬੰਦੇ ਨੂੰ ਆਪਣੇ ਨਾਲ ਬਿਠਾਉਂਦੇ ਨੇ ਉਹ ਮਜ਼ਹਬੀ ਮੁਨਾਫਰਤ ਦਾ ਮਾਰਿਆ ਇਨਸਾਨ ਹੁੰਦਾ ਹੈ। ਪਹਿਲੇ ਨੈਸ਼ਨਲ ਅਸੈਂਬਲੀ ਦੇ ਵਿੱਚ ਤੁਸੀਂ ਦੇਖੋ ਉਹਨਾਂ ਦੇ ਆਲੇ ਦੁਆਲੇ ਉਹ ਵਜ਼ੀਰ ਮਜ਼ਹਬੀ ਅਮੂਰ ਬਣਾਇਆ। ਉਹਨੇ ਦਾਅਵਾ ਕੀਤਾ ਜੀ ਅਸੀਂ ਇਸ ਮੁਲਕ ਦੀ ਇੱਕ ਐਸੀ ਕਮਿਊਨਿਟੀ ਦੇ ਖਿਲਾਫ ਇੰਨਾ ਅੱਛਾ ਜਿਹਾਦ ਕੀਤਾ ਕਿ ਉਸ ਕਮਿਊਨਿਟੀ ਦੇ ਬੇਸ਼ੁਮਾਰ ਲੋਕ ਮਜਬੂਰ ਹੋ ਕੇ ਤੇ ਮੁਲਕ ਛੱਡ ਗਏ ਔਰ ਉਹਨਾਂ ਦੇ ਬੁਨਿਆਦੀ ਹਕੂਕ ਅਸੀਂ ਇਸ ਰੰਗ ਦੇ ਵਿੱਚ ਗਸਬ ਕੀਤੇ ਨੇ ਕਿ ਜਿਹੜਾ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ 'ਚ ਜਿਹੜੇ ਕੁਫਾਰੇ ਮੱਕਾ ਸਨ ਉਹ ਆਗਾਜ਼ ਇਸਲਾਮ ਤੇ ਵੀ ਉਹਨਾਂ ਨੇ ਇਹੋ ਜਿਹੇ ਸ਼ਾਇਦ ਨਾ ਕੀਤੇ ਹੋਣ। ਬਹਰਹਾਲ ਇਹ ਚੀਜ਼ ਜਿਹੜੀ ਹੈ ਹੁਣ ਇੰਨੀ ਵੱਧ ਗਈ ਹੈ ਕਿ ਬਜ਼ਾਹਿਰ ਲੀਡਰ ਇਮਰਾਨ ਖਾਨ ਜਿਹਨੂੰ ਅੱਲਾਹ ਤਾਲਾ ਨੇ ਇਸ ਟਾਈਮ ਸ਼ੋਹਰਤ ਦਿੱਤੀ ਹੈ ਔਰ ਉਹ ਆਪਣੀ ਸ਼ੋਹਰਤ ਦੇ ਨਸ਼ੇ ਦੇ ਵਿੱਚ ਜੋ ਉਹਦਾ ਕੰਮ ਦਿਲ ਕਰਦਾ ਉਹ ਕਰ ਗੁਜ਼ਰਦਾ। ਉਸ ਦੇ ਦੌਰ ਦੇ ਵਿੱਚ ਇੱਕ ਕਮਿਊਨਿਟੀ ਨਹੀਂ ਬਲਕਿ ਕਈ ਐਸੀਆਂ ਕਮਿਊਨਿਟੀਆਂ ਜਿਹੜੀਆਂ ਅਕਲੀਅਤ ਦੇ ਵਿੱਚ ਨੇ ਪਾਕਿਸਤਾਨ, ਉਹਨਾਂ ਦੇ ਨਾਲ ਜਿਹੜਾ ਭੈੜਾ ਸਲੂਕ ਕਰਵਾ ਰੱਖਿਆ ਗਿਆ, ਜਿੰਨਾ ਜ਼ੁਲਮ ਤੇ ਬਰਬਰੀਅਤ ਉਹਨਾਂ ਨਾਲ ਕੀਤੀ ਗਈ ਹੈ, ਪਹਿਲੇ ਦੌਰਾਂ ਦੇ ਵਿੱਚ ਇਸ ਤਰ੍ਹਾਂ ਇਸ ਲੈਵਲ ਤੇ ਆ ਕੇ ਨਹੀਂ ਹੋਈ। ਮਸਜਿਦਾਂ ਦੇ ਮੀਨਾਰੇ ਤੋੜਨ ਦਾ ਜਿਹੜਾ ਕੰਮ ਇਹਦੇ ਦੌਰ 'ਚ ਸ਼ੁਰੂ ਹੋਇਆ ਉਹ ਹੁਣ ਹਜੇ ਤੱਕ ਉਹਦਾ ਸਿਲਸਿਲਾ ਜਿਹੜਾ ਉਹ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਾਰੀ। ਕਬਰਸਤਾਨਾਂ ਦੇ ਉੱਤੋਂ ਕਬਰਾਂ ਤੋੜਨੀਆਂ, ਫਿਰ ਮਸਜਿਦਾਂ ਦੇ ਜਿਹੜੇ ਮਹਿਰਾਬ ਨੇ ਉਹ ਤੋੜ ਕੇ ਉੱਥੇ ਉਹਨਾਂ ਨੇ ਜਨਾਬ ਦੀਵਾਰਾਂ ਬਣਵਾਈਆਂ। ਇਹ ਦੱਸੋ ਕਿ ਇਹ ਕਿਹੜੇ ਇਸਲਾਮ ਦੀ ਖਿਦਮਤ ਹੋ ਰਹੀ ਹੈ? ਇਹ ਕਿਹੜਾ ਇਸਲਾਮ ਹੈ ਜਿਹੜਾ ਇਹ ਸਿਖਾਉਂਦਾ ਹੈ ਕਿ ਬਈ ਮੁਸਲਮਾਨਾਂ ਨੇ ਜਿੱਥੇ ਜਾ ਕੇ ਇਬਾਦਤ ਕਰਨੀ ਹੈ, ਜਿਹੜੀ ਅੱਲਾ ਦਾ ਘਰ ਹੈ, ਉਹਦੇ ਮੀਨਾਰੇ ਤੋੜ ਦਿਓ, ਉਹਦੇ ਮਹਿਰਾਬ ਭੰਨ ਦਿਓ, ਕਬਰਸਤਾਨਾਂ ਦੇ ਜਿਹੜੇ ਕਤਬੇ ਨੇ ਉਹ ਤੋੜ ਦਿਓ ਔਰ ਫਿਰ ਇਹ ਕਿ ਬਾਜ਼ ਕਮਿਊਨਿਟੀਆਂ
ਜਿਹੜੀਆਂ ਮੁਲਕ ਦੇ ਵਿੱਚ ਕਮਜ਼ੋਰ ਨੇ। ਹਾਲਾਂਕਿ ਅਗਰ ਉਹਨਾਂ ਦਾ ਤੁਸੀਂ ਪਿਛਲਾ ਰਿਕਾਰਡ ਕੱਢੋ ਤੇ ਉਹਨਾਂ ਤੋਂ ਜ਼ਿਆਦਾ ਮੁਹਿੱਬੇ ਵਤਨ ਤੇ ਮੁਲਕ ਦਾ ਨਾਮ ਰੋਸ਼ਨ ਵਾਲੀ ਕਮਿਊਨਿਟੀਆਂ ਹੋਰ ਹੈ ਹੀ ਕੋਈ ਨਹੀਂ। ਲੇਕਿਨ ਅੱਜ ਇਹ ਲੋਕ ਜਿਹੜੇ ਤਾਕਤ ਦੇ ਨਸ਼ੇ ਦੇ ਵਿੱਚ ਇੱਕ ਉਤਰਦਾ ਹੈ, ਦੂਸਰਾ ਆਉਂਦਾ ਤੇ ਉਹ ਫਿਰ ਆ ਕੇ ਉਹੀ ਕੰਮ ਕਰਦਾ ਜੋ ਉਸ ਤੋਂ ਪਹਿਲਾਂ ਜਿਹੜਾ ਕੋਈ ਬੰਦਾ ਉਹ ਸਮਝਦਾ ਕਿ ਮੈਂ ਬਹੁਤ ਚੰਗਾ ਕੰਮ ਕੀਤਾ, ਆਵਾਮ ਮੇਰੇ ਨਾਲ ਲੱਗ ਜਾਏਗੀ। ਹੁਣ ਤੁਸੀਂ ਇਹ ਵੇਖੋ, ਇਮਰਾਨ ਖਾਨ ਇਸ ਉਮੀਦ ਦੇ ਉੱਤੇ ਵੇ ਕਿ ਮੈਨੂੰ ਦੁਬਾਰਾ ਜਿਹੜੀ ਹਕੂਮਤ ਮਿਲੇਗੀ, ਇੰਤਖਾਬ ਹੋਣਗੇ ਤੇ ਮੈਂ ਵਜ਼ੀਰ ਆਜ਼ਮ ਬਣਾਂਗਾ। ਲੇਕਿਨ ਜੇ ਇਹਨੇ ਆਪਣਾ ਇਹ ਕੰਮ ਜਿਹੜਾ ਕਿ ਮਾਸੂਮ ਕਮਿਊਨਿਟੀਆਂ ਨੂੰ ਜਿਹੜੀਆਂ ਅਕਲੀਅਤ ਦੇ ਵਿੱਚ ਨੇ, ਜਿਹੜੀਆਂ ਪਾਕਿਸਤਾਨ 'ਚ ਲੋਕ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ, ਉਹਨਾਂ ਦੀ ਪੜ੍ਹਾਈ ਦੇ ਵਿੱਚ ਐਸੇ ਕਾਨੂੰਨ ਪਾ ਦਿੱਤੇ ਇਹਨਾਂ ਨੇ ਕਿ ਕੁਰਾਨ ਮਜੀਦ ਜਿਹੜਾ ਉਹਦੇ 100 ਨੰਬਰ ਰੱਖ ਦਿੱਤੇ ਜਾਣ। ਔਰ ਅਗਰ ਕੋਈ ਬੱਚਾ ਉਸ ਕਮਿਊਨਿਟੀ ਦਾ ਕੁਰਾਨ ਮਜੀਦ ਪੜ੍ਹੇਗਾ ਤੇ ਉਹਨੂੰ ਪੁੱਛਿਆ ਜਾਏਗਾ ਵੀ ਤੂੰ ਕੁਰਾਨ ਮਜੀਦ ਕਿਉਂ ਪੜ੍ਹਿਆ, ਤੂੰ ਤਾਂ ਮੁਸਲਮਾਨ ਹੀ ਨਹੀਂ ਸੀ, ਤੇਰੇ ਉੱਤੇ ਤੋਹੀਨੇ ਮਜ਼ਹਬ ਦਾ ਕੇਸ ਬਣਾ ਦਿੰਦੇ ਆ। ਤੇ ਜੇ ਉਹ ਕਹਿ ਦੇ ਜੀ ਵੀ ਮੈਂ ਮੁਸਲਮਾਨ ਸਾਂ, ਮੈਂ ਮੁਸਲਮਾਨ, ਫਿਰ ਉਹਦੇ ਉੱਤੇ ਦੂਜਾ ਕੇਸ ਬਣਾ ਦੇਂਗੇ ਔਰ ਉਹ 100 ਨੰਬਰ ਤੂੰ ਰਹਿ ਜੇ ਔਰ ਉਹਨੂੰ ਕੋਈ ਚਾਂਸ ਨਾ ਬਣੇ ਕਿ ਉਹ ਕਿਧਰੇ ਅੱਛੀ ਜਗ੍ਹਾ ਕੰਮ ਕਰ ਸਕੇ। ਇਸ ਤਰ੍ਹਾਂ ਦੇ ਕਾਨੂੰਨ ਫਿਰ ਖਤਮੇ ਨਬੂਵਤ ਦੇ ਨਾਮ ਦੇ ਉੱਤੇ ਇਹਨਾਂ ਨੇ ਜਿਹੜਾ ਆਪਣਾ ਨਿਕਾਹ ਫਾਰਮ ਹੈ ਉਹਦੇ ਵਿੱਚ ਐਸੇ ਕੰਮ ਸ਼ੁਰੂ ਕਰ ਦਿੱਤੇ ਨੇ। ਇਹ ਇੱਕ ਪਾਰਟੀ ਹੈ ਜਿਨ੍ਹਾਂ ਨੂੰ ਗੁਜਰਾਤੀਏ ਕਿਹਾ ਜਾਂਦਾ ਹੈ। ਉਹ ਗੁਜਰਾਤੀਏ ਉਹ ਨੇ ਕਿ ਜਿਹਦੇ ਨਾਲ ਉਹ ਲੱਗੇ, ਉਹ ਉਸ ਲਾਸ਼ ਵੰਗਰ ਨੇ ਜਿਹੜੀ ਕਿਸੇ ਜ਼ਿੰਦਾ ਬੰਦੇ ਦੇ ਨਾਲ ਜੁੜ ਜੇ ਤੇ ਉਹ ਬੰਦਾ ਵੀ ਡੁੱਬ ਜਾਂਦਾ, ਜਾਂ ਉਹ ਪਾਣੀ ਦੇ ਵਿੱਚ ਡਿੱਗੇ ਬੰਦੇ ਨੇ ਜਿਨ੍ਹਾਂ ਨੂੰ ਤੈਰਾਕੀ ਨਹੀਂ ਆਉਂਦੀ, ਅਗਰ ਉਹਨਾਂ ਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰੇ ਤੇ ਉਹ ਵੀ ਨਾਲ ਹੀ ਡੁੱਬੇਗਾ। ਉਹ ਜਿਹਦੇ ਨਾਲ ਜੁੜੇ ਨੇ ਉਹਦਾ ਉਹਨਾਂ ਪੱਠਾ ਪਾਇਆ। ਮੁਸ਼ਰਫ ਨੂੰ ਲੈ ਲਓ, ਉਸ ਤੋਂ ਪਹਿਲਾਂ ਨੂਨ ਲੀਗ ਨੂੰ ਲੈ ਲਓ, ਉਹ ਜਿਹੜੇ ਕਾਫ ਲੀਗ ਆਪਣੇ, ਇਹਨਾਂ ਨੇ ਜਿਸ ਦੇ ਨਾਲ ਹੁਣ ਇਹ ਵੇ ਕਿ ਉਹ ਇਸ ਟਾਈਮ ਮਜ਼ਹਬ ਦਾ ਜਿਹੜਾ ਪੱਤਾ ਹੈ ਉਹਨੂੰ ਇਸ ਤਰ੍ਹਾਂ ਇਸਤੇਮਾਲ ਕਰ ਰਿਹਾ ਹੈ ਪੰਜਾਬ ਦੇ ਵਿੱਚ ਵਜ਼ੀਰ ਆਲਾ ਹੋਣ ਦੀ ਹਸੀਅਤ ਨਾਲ ਕਿ ਇਨਸਾਨ ਤਸੱਵਰ ਵੀ ਨਹੀਂ ਕਰ ਸਕਦਾ ਕਿ ਜ਼ੁਲਮ ਦੀ ਇੰਤਹਾ ਸਿਰਫ ਇਸ ਵਾਸਤੇ ਕਿ ਮੇਰੇ ਜਿਹੜੇ 4 ਦਿਨ ਬਾਕੀ ਅੱਲਾ ਨੇ ਦਿੱਤੇ ਨੇ ਜ਼ਿੰਦਗੀ ਦੇ, ਮੈਂ ਉਹਦੇ ਵਿੱਚ ਕੁਛ ਕੁਰਸੀ ਦੇ ਉੱਤੇ ਬਹਿ ਜਾਂਦਾ ਮਜ਼ਾ ਲੈ ਲਵਾਂ, ਕੁਛ ਮੈਂ ਆਪਣਾ ਉਹ ਚਸਕਾ ਜਿਹੜਾ ਹੁੰਦਾ ਨਾ ਚੁਦਾਰਾਹਟ ਦਾ ਉਹ ਮੈਂ ਪੂਰਾ ਕਰ ਲਵਾਂ। ਲੇਕਿਨ ਇਮਰਾਨ ਖਾਨ ਸਾਹਿਬ ਨੇ ਅਗਰ ਇਸ ਮੁਲਕ ਦੇ ਵਿੱਚ ਆਪਣੀ ਦੁਬਾਰਾ ਮੌਕਾ ਮਿਲਣ ਦਾ ਕੋਈ ਚਾਂਸ ਹੈ ਜਾਂ ਕੋਈ, ਅਗਰ ਉਹਨਾਂ ਨੇ ਇਹ ਲੋਕਾਂ ਕੋਲੋਂ ਜਾਨ ਨਾ ਛੁਡਾਈ ਤੇ ਇਹ ਯਾਦ ਕਰਨਗੇ ਆਉਣ ਵਾਲੇ ਵਕਤ 'ਚ ਕਿ ਇਹ ਲੋਕ ਕਿਸੇ ਦੇ ਸੱਕੇ ਨੇ। ਮੈਂ ਨਾਲ ਦੱਸ ਦਿਆਂ ਕਿ ਇਸ ਟਾਈਮ ਤੁਸੀਂ ਨਜ਼ਾਰੇ ਵੇਖ ਰਹੇ ਹੋ ਫਰੈਂਕਫਰਟ ਦੇ ਵਿੱਚ ਸ਼ਾਮ ਦਾ ਜਿਹੜੀ ਛੁੱਟੀ ਦਾ ਟਾਈਮ ਹੁੰਦਾ ਤੇ ਮੋਟਰਵੇ ਦੇ ਉੱਤੇ, ਮੋਟਰਵੇ ਦਾ ਨਜ਼ਾਰਾ ਵੇਖਣ ਦੇ ਬਾਅਦ ਹੁਣ ਤੁਸੀਂ ਇਸ ਸਾਈਡ ਤੇ ਦੇਖ ਰਹੇ ਹੋ ਸ਼ਹਿਰ। ਸਾਡਾ ਟਾਰਗੇਟ ਇੱਕ ਰੈਸਟੋਰੈਂਟ ਹੈ ਜਿੱਥੇ ਅਸੀਂ ਬਹਿ ਕੇ ਇਨਸ਼ਾਅੱਲਾ ਥੋੜੀ ਗੱਪਸ਼ਪ ਲਾਵਾਂਗੇ, ਕੋਈ ਖਾਣਾ ਪੀਣਾ ਖਾਵਾਂਗੇ। ਬਹਰਹਾਲ ਗੱਲ ਇਹ ਚੱਲ ਰਹੀ ਸੀ ਕਿ ਮੈਂ ਖਬਰ ਪੜ੍ਹੀ ਕਿ ਜੀ ਵਜ਼ੀਰ ਆਲਾ ਪੰਜਾਬ मोहतरम की ना है उन्होंने परवेज़ लाई साहब, उन्होंने कहा कि जी असी अपनी जी काफ लीग पार्टी है ना जी उन्होंने असी जम करन लगे हैं ਉਹਦੇ ਵਿੱਚ PTI ਦੇ ਵਿੱਚ। ਉਹ ਜਿੱਦਾਂ PTI ਦੇ ਵਿੱਚ ਜ਼ਮ ਤੇ ਉਹ ਪਹਿਲਾਂ ਹੀ ਹੋਏ ਨੇ, ਪਹਿਲਾਂ ਹੀ ਉਹਨਾਂ ਨੇ ਆਪਣਾ ਕੰਮ ਵਿਖਾ ਦਿੱਤਾ ਹੈ। ਜਦੋਂ ਉਹਦੇ ਇਮਰਾਨ ਖਾਨ ਸਾਹਿਬ ਤੇ ਹਮਲਾ ਹੋਇਆ ਤੇ ਉਹਦੇ ਬਾਅਦ ਚੰਦ ਮਿੰਟਾਂ ਦੇ ਵਿੱਚ ਹੀ ਉਹ ਵੀਡੀਓ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਜੀ ਉਹ ਮਜ਼ਹਬੀ ਸੀ ਬੰਦਾ ਤੇ ਉਹਨੇ ਇਸ ਫਿਰ ਉਹ ਐਸੇ ਕੰਮ ਕਈ ਹੋਏ ਕਿ ਜਿਹੜਾ ਬੰਦਾ ਤਸੱਵਰ ਵੀ ਨਹੀਂ ਕਰ ਸਕਦਾ ਕਿ ਵਜ਼ੀਰ ਆਲਾ ਵੀ ਉਸ ਪਾਰਟੀ ਦਾ ਫਿਰ ਵੀ ਇਹ ਕੰਮ। ਬਹਰਹਾਲ ਜਿਹੜੀ ਗੱਲ ਕਰਨ ਵਾਲਾ ਮਕਸਦ ਇਹ ਵੇ ਕਿ ਜਿਹੜੇ ਲੋਕਾਂ ਦੇ ਨਾਲ ਵੀ ਇਹ ਜੁੜਨਗੇ ਉਹਨਾਂ ਦਾ ਪੱਠਾ ਬਹੇਗਾ। ਤੇ ਜੇ ਸਮਝ ਤੇ ਅਕਲ, ਇਮਰਾਨ ਖਾਨ ਇੱਕ ਸਿਆਸੀ ਲੀਡਰ ਹੈ, ਆਵਾਮ ਦਾ ਮਕਬੂਲ ਲੀਡਰ ਹੈ, ਜੇ ਉਹਦੀ ਗੱਲ ਉਹਦੀ ਸਮਝ 'ਚ ਆ ਗਈ ਕਿ ਬਈ ਜਿਸ ਬੰਦੇ ਨੇ ਹਕੂਮਤ ਕਰਨੀ ਹੈ ਪਾਕਿਸਤਾਨ ਦੇ ਵਿੱਚ ਉਹਨੂੰ ਸਾਰੀਆਂ ਕਮਿਊਨਿਟੀਆਂ ਦਾ ਖਿਆਲ ਰੱਖਣਾ ਪਏਗਾ। ਉਹਨਾਂ ਨੂੰ ਹੁਣ ਉਹ ਮੌਲਵੀ ਅੱਜ ਕੱਲ੍ਹ ਦੁਬਾਰਾ ਗਰਮ ਹੋਏ ਨੇ, ਕੋਈ ਜਿਹੜੇ ਨੇ ਉਹ ਇਮਰਾਨ ਖਾਨ ਦੇ ਖਿਲਾਫ ਇਲਜ਼ਾਮਬਾਜ਼ੀ ਕਰ ਰਹੇ ਨੇ ਜੀ ਉਹ ਯਹੂਦੀ ਏਜੰਟ ਕੋਈ ਇਹ ਵੋ, ਤੇ ਕਈ ਜਿਹੜੇ ਨੇ ਉਹ ਕਹਿੰਦੇ ਨੇ ਜੀ ਇਮਰਾਨ ਖਾਨ ਤੋਂ ਚੰਗਾ ਬੰਦਾ ਹੀ ਕੋਈ ਨਹੀਂ। ਇਸ ਵਾਸਤੇ ਇਹ ਹੁਣ ਇਮਰਾਨ ਖਾਨ ਸਾਹਿਬ ਦੇ ਹੱਥ ਦੇ ਵਿੱਚ ਕਿ ਉਹ ਕਿਸ ਤਰ੍ਹਾਂ ਆਪਣਾ ਜਿਹਨੂੰ ਕਹਿੰਦੇ ਨੇ ਨਾ ਅਗਰ ਉਹਨਾਂ ਨੂੰ ਮੌਕਾ ਮਿਲਦਾ ਦੁਬਾਰਾ ਹਕੂਮਤ ਦਾ ਤੇ ਆਇਆ ਉਹ ਆਪਣੀ ਜਿਹੜੀ ਪੁਰਾਣੀ ਰਵਸ਼ ਜਿਹਦੇ ਵਿੱਚ ਲੋਕ ਇਹਨਾਂ ਦੇ ਨਾਲ ਸ਼ਾਮਲ ਸਨ ਉਹਨਾਂ ਨਵੇਂ ਕਾਨੂੰਨ ਬਣਾਏ ਔਰ ਕਮਿਊਨਿਟੀਜ਼ ਜਿਹੜੀਆਂ ਅਕਲੀਅਤ 'ਚ ਨੇ ਜਿਨ੍ਹਾਂ ਨੂੰ ਪਹਿਲੇ ਲੀਡਰਾਂ ਨੇ ਜ਼ੁਲਮ ਦਾ ਨਿਸ਼ਾਨਾ ਬਣਾਇਆ ਉਹਨਾਂ ਦੇ ਉੱਤੇ ਇਹਨਾਂ ਨੇ ਮਜ਼ੀਦ ਇਜ਼ਾਫਾ ਕੀਤਾ ਤੇ ਫਿਰ
सब जानते हैं। खुदा की लाठी बेआवाज़ होंदी। भुट्टो का अंजाम भी वेख लिया, ज़ियाउल हक का अंजाम भी वेख लिया। तो फिर जे तारीख का हिस्सा बनना चाहते उन्होंने नाल रलना, तो फिर अपना जुल्म ज़्यादती जिहड़ा मजहबी लोगों के मौलवियों के नाल कहण दे उत्ते फिर जारी रखियो। बाकी इंशाअल्लाह नेक्स्ट टाइम।